किताब विपरण की रीत तो सच दा मार्ग भाग 6वां। पहले कांड का तीजा भाग फिक्का बोल विगुचना। चौथा भाग मंदा को ना अलाए। पंजवां भाग मिठा बोलना अते 6वां भाग बचना का पक्का होना। लेखक सरदार गुरबख्श सिंह खाला अफगाना। आवाज़ भाई गुरजंट सिंह रूपोवाली। वाहिगुरू जी का खालसा वाहिगुरू जी की फतेह। फिक्का बोल विगुचना। जित बोलिया पत पाइयै सो बोलिया परवान। फिक्का बोल विगुचना सुन मूर्ख मन अजान। जो तिस भावें से भले होर के कहण बखान। पन्ना 15। अर्थ ਉਹੀ ਬੋਲ ਬੋਲਿਆ ਹੋਇਆ ਸੁਚੱਜਾ ਹੈ ਜਿਸ ਦੇ ਬੋਲਣ ਨਾਲ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਮਿਲਦਾ ਹੈ। ਹੇ ਮੂਰਖ ਅਣਜਾਣ ਮਨ, ਸੁਣ ਫਿੱਕਾ ਨਾਮ ਰਸ ਤੋਂ ਸਖਣਾ ਬੋਲ ਬੋਲਿਆਂ ਖੁਆਰ ਹੋਈਦਾ ਹੈ। ਭਾਵ ਜੇ ਸਾਰੀ ਉਮਰ ਨਿਰੀਆਂ ਉਹੀ ਗੱਲਾਂ ਕਰਦੇ ਰਹੀਏ ਜੋ ਪ੍ਰਭੂ ਦੀ ਜਾਤ ਤੋਂ ਖਾਲੀ ਹੋਣ ਤਾਂ ਦੁਖੀ ਹੀ ਰਹੀਦਾ ਹੈ। ਪ੍ਰਭੂ ਦੀ ਸਿਫਤ ਤੋਂ ਬਿਨਾਂ ਹੋਰ ਗੱਲਾਂ ਵਿਅਰਥ ਹਨ। ਜੋ ਮਨੁੱਖ ਪ੍ਰਭੂ ਦੀ ਸਿਫਤ ਸਲਾਹ ਕਰਕੇ ਉਸ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਉਹੀ ਚੰਗੇ ਹਨ। ਕਿਸੇ ਦਾ ਦਿਲ ਦੁਖਾਉਣ ਨੂੰ ਗੁਰਮਤਿ ਉਗਰ ਪਾਪ ਮੰਨਦੀ ਹੈ। ਠੱਗੀ, ਚੋਰੀ, ਕਤਲ, ਡਾਕਾ ਆਦਿ ਜਿਹੇ ਅਪਰਾਧਾਂ ਦੇ ਕਾਰਨ ਵੀ ਮਨੁੱਖ ਦਾ ਦਿਲ ਦੁਖੀ ਹੁੰਦਾ ਹੈ। ਪਰ ਮੰਦੇ ਸ਼ਬਦਾਂ ਨਾਲ ਮਨੁੱਖ ਦਾ ਹਿਰਦਾ ਬਹੁਤ ਪੀੜਤ ਹੁੰਦਾ ਹੈ। ਕਹਾਵਤ ਹੈ ਕਿ ਤਲਵਾਰ ਦਾ ਫੱਟ ਮਿਟ ਜਾਂਦਾ ਹੈ ਪਰ ਮੰਦੇ ਬੋਲ ਦਾ ਜ਼ਖਮ ਨਹੀਂ ਮਿਟਦਾ। ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਦੀ ਬੋਲ ਬਾਣੀ ਸਵਾਰਨ ਦਾ ਯਤਨ ਆਰੰਭਿਆ। ਪਹਿਲਾ ਉਪਦੇਸ਼ ਇਹ ਹੈ ਕਿ ਜਿੰਨਾ ਚਿਰ ਦੁਨੀਆ ਵਿੱਚ ਰਹਿਣਾ ਹੈ ਸਿੱਖਿਆ ਲੈਣ ਲਈ ਦੂਜਿਆਂ ਨਾਲ ਗੱਲਬਾਤ ਜ਼ਰੂਰ ਕਰਦੇ ਰਹਿਣਾ ਹੈ। ਕੁਝ ਕਹੋ ਅਤੇ ਕੁਝ ਅਗਲੇ ਦੀ ਸੁਣੋ। ਜਬ ਲਗ ਦੁਨੀਆ ਰਹੀਐ ਨਾਨਕ ਕਿਛ ਸੁਣੀਐ ਕਿਛ ਕਹੀਐ। ਪੰਨਾ 660। ਸਾਨੂੰ ਸਦਾ ਹੀ ਯਾਦ ਰੱਖਣਾ ਚਾਹੀਦਾ ਹੈ ਕਿ ਫਿੱਕਾ ਬਚਨ ਅਥਵਾ ਮੰਦਾ ਬੋਲ ਕਿਸੇ ਨੂੰ ਕਦੇ ਨਹੀਂ ਕਹਿਣਾ। ਸਤਿਗੁਰਾਂ ਦਾ ਫਰਮਾਨ ਹੈ, ਮੰਦਾ ਕਿਸੇ ਨਾ ਆਖ ਝਗੜਾ ਪਾਵਣਾ। ਪੰਨਾ 566। ਸਰਬਕਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੋਲਣ ਵਾਸਤੇ ਸਾਨੂੰ ਸਰਬ ਸ੍ਰੇਸ਼ਟ ਨਿਯਮ ਸਮਝਾਉਣ ਲਈ ਫਰਮਾਨ ਕਰਦੇ ਹਨ। ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ। ਹਿਆਓ ਨਾ ਕਹੀ ਠਾਹੇ ਮਾਣਕ ਸਭ ਅਮੋਲ ਵੇ। ਪੰਨਾ 1384। ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸਧੀਐ ਫਿੱਕੇ ਫਿੱਕੀ ਸੋਏ। ਫਿੱਕਾ ਦਰਗਾ ਸਟੀਐ ਮੂੰਹ ਥੁੱਕਾਂ ਫਿੱਕੇ ਪਾਏ। ਫਿੱਕਾ ਮੂਰਖ ਆਖੀਐ ਪਾਣਾ ਲਹੇ ਸਜਾਏ। ਪੰਨਾ 479। ਅਰਥ ਹੈ ਨਾਨਕ, ਜੋ ਮਨੁੱਖ ਰੁੱਖੇ ਬਚਨ ਬੋਲਦੇ ਰਹੇ ਤਾਂ ਉਸ ਦਾ ਤਨ ਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ। ਭਾਵ ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ। ਰੁੱਖਾ ਬੋਲਣ ਵਾਲਾ ਲੋਕਾਂ ਵਿੱਚ ਰੁੱਖਾ ਮਸ਼ਹੂਰ ਹੋ ਜਾਂਦਾ ਹੈ ਅਤੇ ਲੋਕ ਵੀ ਉਸ ਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਕਰਦੇ ਹਨ। ਰੁੱਖਾ ਭਾਵ ਪ੍ਰੇਮ ਤੋਂ ਸਖਣਾ। ਮਨੁੱਖ ਪ੍ਰਭੂ ਦੀ ਦਰਗਾਹ ਤੋਂ ਰੱਦਿਆ ਜਾਂਦਾ ਹੈ ਅਤੇ ਉਸ ਦੇ ਮੂੰਹ 'ਤੇ ਥੁੱਕਾਂ ਪੈਂਦੀਆਂ ਹਨ, ਭਾਵ ਫਿਟਕਾਰਾਂ ਪੈਂਦੀਆਂ ਹਨ। ਪ੍ਰੇਮਹੀਣ ਰੁੱਖੇ ਮਨੁੱਖ ਨੂੰ ਮੂਰਖ ਆਖਣਾ ਚਾਹੀਦਾ ਹੈ। ਪ੍ਰੇਮ ਤੋਂ ਸਖਣੇ ਨੂੰ ਜੁੱਤੀਆਂ ਦੀ ਮਾਰ ਪੈਂਦੀ ਹੈ, ਭਾਵ ਹਰ ਥਾਂ ਸਦਾ ਉਸ ਦੀ ਬੜੀ ਬੇਇੱਜ਼ਤੀ ਹੁੰਦੀ ਹੈ। ਦੁਰਮਤ ਝੂਠੀ ਬੁਰੀ ਬੁਰਿਆਰ ਅਵਗਣਿਆਰੀ ਔਗਣਿਆਰ ਕੱਚੀ ਮਤ ਫੀਕਾ ਮੁਖ ਬੋਲੇ ਦੁਰਮਤ ਨਾਮ ਨਾ ਪਾਈ ਹੈ। ਪੰਨਾ 1047। ਅਰਥ ਖੋਟੀ ਮੱਤ ਵਾਲੀ ਜੀਵ ਇਸਤਰੀ ਝੂਠ ਅਥਵਾ ਭੈੜ ਵਿੱਚ ਮਸਤ ਰਹਿ ਕੇ ਮਾਨੋ ਭੈੜ ਦਾ ਅੱਡਾ ਬਣੀ ਰਹਿੰਦੀ ਹੈ ਅਤੇ ਸਦਾ ਔਕੜਾਂ ਨਾਲ ਭਰੀ ਰਹਿੰਦੀ ਹੈ। ਉਸ ਦੀ ਮੱਤ ਸਦਾ ਵਿਕਾਰਾਂ ਵਿੱਚ ਥਿੜਕਦੀ ਹੈ। ਉਹ ਮੂੰਹੋਂ ਫਿੱਕਾ ਭਾਵ ਖਰਵਾ ਬੋਲਦੀ ਹੈ। ਖੋਟੀ ਮੱਤ ਦੇ ਕਾਰਨ ਉਸ ਨੂੰ ਪ੍ਰਭੂ ਦਾ ਨਾਮ ਨਸੀਬ ਨਹੀਂ ਹੁੰਦਾ। ਦੁਹਾਗਣੀ ਮਹਿਲ ਨਾ ਪਾਈਨੀ ਨਾ ਜਾਣਨ ਪਿਰਕਾ ਸੁਆਓ। ਫਿੱਕਾ ਬੋਲੇ ਨਾ ਨਿਵੇਂ ਦੂਜਾ ਭਾਉ ਸੁਵਾਓ। ਪੰਨਾ 426। ਅਰਥ ਮੰਦੇ ਭਾਗਾਂ ਵਾਲੀਆਂ ਜੀਵ ਇਸਤਰੀਆਂ ਪ੍ਰਭੂ ਪਤੀ ਦਾ ਟਿਕਾਣਾ ਨਹੀਂ ਲੱਭ ਸਕਦੀਆਂ। ਉਹ ਪ੍ਰਭੂ ਪਤੀ ਦੇ ਮਿਲਾਪ ਦਾ ਆਨੰਦ ਨਹੀਂ ਮਾਣ ਸਕਦੀਆਂ। ਉਹ ਫਿੱਕਾ ਬੋਲਦੀਆਂ ਹਨ, ਲਿਫਣਾ ਨਹੀਂ ਜਾਣਦੀਆਂ। ਮਾਇਆ ਦਾ ਪਿਆਰ ਹੀ ਉਹਨਾਂ ਦੀ ਜ਼ਿੰਦਗੀ ਦਾ ਪਿਆਰ ਬਣਿਆ ਰਹਿੰਦਾ ਹੈ। ਸ਼ਬਦੇ ਸਾਧ ਨਾ ਆਇਓ ਨਾਮ ਨਾ ਲੱਗੋ ਪਿਆਰ। ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ। ਨਾਨਕ ਕਿਰਤ ਪਿਆਂ ਕਮਾਵਣਾ ਕੋਏ ਨਾ ਮੇਟਣ ਹਾਰ। ਪੰਨਾ 594। ਅਰਥ ਜਿਸ ਮਨੁੱਖ ਨੂੰ ਸਤਿਗੁਰ ਦੇ ਸ਼ਬਦ ਵਿੱਚ ਰਸ ਨਹੀਂ ਆਉਂਦਾ, ਨਾਮ ਵਿੱਚ ਜਿਸ ਦਾ ਪਿਆਰ ਨਹੀਂ ਜੁੜਿਆ,
ਉਹ ਮਨੁੱਖ ਜੀਭ ਨਾਲ ਫਿੱਕੇ ਬਚਨ ਹੀ ਬੋਲਦਾ ਹੈ ਤੇ ਸਦਾ ਖੁਆਰ ਹੁੰਦਾ ਹੈ। ਪਰ ਹੇ ਨਾਨਕ, ਉਸ ਦੇ ਵੀ ਕੀ ਵਸ। ਪਿਛਲੇ ਕੀਤੇ ਕੰਮਾਂ ਦੇ ਉਕਰੇ ਸੰਸਕਾਰਾਂ ਅਨੁਸਾਰ ਉਸ ਨੂੰ ਹੁਣ ਵੀ ਇਹੋ ਜਿਹੀ ਹੀ ਕਾਰ ਕਰਨੀ ਪੈਂਦੀ ਹੈ। ਕੋਈ ਮਨੁੱਖ ਉਸ ਦੇ ਸੰਸਕਾਰਾਂ ਨੂੰ ਮਿਟਾ ਨਹੀਂ ਸਕਦਾ। ਘਰ ਵੱਥ ਛੋਡੇ ਬਾਹਰ ਧਾਵੇਂ, ਮਨਮੁਖ ਅੰਧੇ ਸਾਧ ਨਾ ਪਾਵੇਂ। ਅਨ ਰਸ ਰਾਤੀ ਰਸਨਾ ਫੀਕੀ ਬੋਲੇ, ਹਰ ਰਸ ਮੂਲ ਨਾ ਤਾਹਾ ਹੈ। ਪੰਨਾ 1058। ਅਰਥ, ਜਿਹੜੇ ਮਨੁੱਖ ਹਿਰਦੇ ਵਿੱਚ ਵਸ ਰਹੇ ਨਾਮ ਪਦਾਰਥ ਨੂੰ ਛੱਡ ਕੇ ਬਾਹਰ ਭਟਕਦੇ ਫਿਰਦੇ ਹਨ, ਉਹ ਮਨ ਦੇ ਮੁਰੀਦ ਅਤੇ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਮਨੁੱਖ ਹਰ ਨਾਮ ਦਾ ਸਵਾਦ ਨਹੀਂ ਮਾਣ ਸਕਦੇ। ਹੋਰ ਸਵਾਦਾਂ ਵਿੱਚ ਮਸਤ ਉਹਨਾਂ ਦੀ ਜੀਭ ਫਿੱਕੇ ਬੋਲ ਬੋਲਦੀ ਰਹਿੰਦੀ ਹੈ। ਪਰਮਾਤਮਾ ਦੇ ਨਾਮ ਦਾ ਸਵਾਦ ਉਹਨਾਂ ਨੂੰ ਬਿਲਕੁਲ ਨਹੀਂ ਹੁੰਦਾ। ਬਿਖ ਖਾਣਾ ਬਿਖ ਬੋਲਣਾ, ਬਿਖ ਕੀ ਕਾਰ ਕਮਾਏ। ਜਮਦਰ ਬੱਧੇ ਮਾਰੀਐ, ਛੂਟਸ ਸਾਚੈ ਨਾਏ। ਪੰਨਾ 1331। ਅਰਥ, ਮੋਹ ਦੇ ਜਾਲ ਵਿੱਚ ਫਸ ਕੇ ਮਨੁੱਖ ਜੋ ਕੁਝ ਖਾਂਦਾ ਹੈ ਉਹ ਵੀ ਆਤਮਿਕ ਜੀਵਨ ਲਈ ਜ਼ਹਿਰ ਹੈ। ਜੋ ਕੁਝ ਉਹ ਬੋਲਦਾ ਹੈ ਉਹ ਵੀ ਜ਼ਹਿਰ, ਜੋ ਕੁਝ ਕਰਦਾ ਕਮਾਉਂਦਾ ਹੈ ਉਹ ਵੀ ਜ਼ਹਿਰ ਹੈ। ਅਜਿਹੇ ਬੰਦੇ ਆਖਰ ਜਮਰਾਜ ਦੇ ਬੂਹੇ 'ਤੇ ਬੱਧੇ ਹੋਏ ਮਾਨਸਿਕ ਦੁੱਖਾਂ ਤੋਂ ਮਾਰ ਖਾਂਦੇ ਹਨ। ਇਹਨਾਂ ਮਾਨਸਿਕ ਦੁੱਖਾਂ ਤੋਂ ਉਹ ਖਲਾਸੀ ਹਾਸਲ ਕਰਦਾ ਹੈ ਜੋ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿੱਚ ਜੁੜਦਾ ਹੈ। ਜਲੋ ਇਹ ਜੀਵਾ ਦੂਜੇ ਭਾਏ, ਹਰ ਰਸ ਨਾ ਚਾਖੈ ਫੀਕਾ ਹਲਾਏ। ਬਿਨ ਬੂਝੇ ਤਨ ਮਨ ਫੀਕਾ ਹੋਏ, ਬਿਨ ਨਾਵੇਂ ਦੁਖੀਆ ਚੱਲਿਆ ਰੋਏ। ਪੰਨਾ 158। ਵਿਣ ਨਾਵੇਂ ਹੋਰ ਸਲਾਹਣਾ, ਸਭ ਬੋਲਣ ਫਿੱਕਾ ਸਾਧ। ਮਨਮੁਖ ਅਹੰਕਾਰ ਸਲਾਹੰਦੇ, ਹਉਮੈ ਮਮਤਾਵਾਦ। ਜਿਨ ਸਲਾਹਿਨ ਸਿਮਰੈ, ਖਪ ਜਾਵੇ ਸਭ ਅਪਵਾਦ। ਜਾਂ ਨਾਨਕ ਗੁਰਮੁਖ ਉਭਰੇ, ਜਪ ਹਰ ਹਰ ਪਰਮਾਨਾਦ। ਪੰਨਾ 473। ਭਾਗ ਚੌਥਾ। ਮੰਦਾ ਕੋ ਨਾ ਅਲਾਏ। ਮੰਦਾ ਬੋਲਣਾ ਅਥਵਾ ਕਿਸੇ ਨੂੰ ਮੰਦਾ ਕਹਿਣਾ ਸਤਿਗੁਰਾਂ ਨੇ ਪਸੰਦ ਨਹੀਂ ਕੀਤਾ। ਜਾਂ ਰਹਿਣਾ ਨਹੀਂ ਐਤ ਜਗ, ਤਾਂ ਕਾਇਤ ਗਾਰ ਬਹੰਡੀਐ। ਮੰਦਾ ਕਿਸੇ ਨਾ ਆਖੀਐ, ਪੜ ਅੱਖਰ ਇਹੋ ਬੁੱਝੀਐ। ਮੂਰਖੈ ਨਾਲ ਨਾ ਲੁੱਝੀਐ। ਪੰਨਾ 479। ਗੁਰਮਿਲ ਪ੍ਰਭ ਚਿਤਾਰਿਆ, ਕਾਰਜ ਸਭ ਸਵਾਰਿਆ। ਮੰਦਾ ਕੋ ਨਾ ਅਲਾਏ, ਸਭ ਜੈ ਜੈਕਾਰ ਸੁਣਾਏ। ਪੰਨਾ 627। ਅਰਥ, ਇਹ ਸੰਤ ਜਨੋ, ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ, ਉਸ ਨੇ ਆਪਣੇ ਸਾਰੇ ਕੰਮ ਸਵਾਰ ਲਏ। ਉਹ ਮਨੁੱਖ ਕਿਸੇ ਨੂੰ ਕੋਈ ਭੈੜੇ ਬੋਲ ਨਹੀਂ ਬੋਲਦਾ। ਉਹ ਸਾਰੀ ਲੁਕਾਈ ਨੂੰ ਪ੍ਰਭੂ ਦੀ ਸਿਫਤ ਸਲਾਹ ਸੁਣਾਉਂਦਾ ਹੈ। ਪ੍ਰਭੂ ਦੀਆਂ ਵਡਿਆਈਆਂ ਕਰਨ ਦੀ ਸੋਝੀ ਹੋਰਨਾਂ ਨੂੰ ਵੀ ਦਿੰਦਾ ਹੈ। ਜੀ ਜੰਤ ਸਭ ਤਿਸ ਕੇ, ਸਭਨਾ ਕਾ ਸੋਈ। ਮੰਦਾ ਕਿਸ ਨੂੰ ਆਖੀਐ, ਜੇ ਦੂਜਾ ਹੋਈ। ਪੰਨਾ 425। ਅਰਥ, ਜਗਤ ਵਿੱਚ ਸਾਰੇ ਜੀਵ ਜੰਤ ਉਸ ਪ੍ਰਭੂ ਦੇ ਹੀ ਬਣਾਏ ਹੋਏ ਹਨ। ਉਹ ਆਪ ਹੀ ਸਭਨਾਂ ਦਾ ਖਸਮ ਹੈ। ਕਿਸੇ ਵੀ ਜੀਵ ਨੂੰ ਮੰਦਾ ਨਹੀਂ ਕਿਹਾ ਜਾ ਸਕਦਾ। ਭੈੜਾ ਤਾਂ ਹੀ ਕਿਹਾ ਜਾ ਸਕਦਾ ਹੈ ਜੇ ਉਸ ਵਿੱਚ ਇੱਕ ਉਸੇ ਪ੍ਰਭੂ ਤੋਂ ਬਿਨਾਂ ਹੋਰ ਕੋਈ ਵਸਦਾ ਹੋਵੇ। ਆਪੋ ਪਾਏ ਨਾਨਕਾ, ਆਪੇ ਰੱਖੈ ਵੇਕ। ਮੰਦਾ ਕਿਸ ਨੂੰ ਆਖੀਐ, ਜਾਂ ਸਭਨਾ ਸਾਹਿਬ ਏਕ। ਸਭਨਾ ਸਾਹਿਬ ਏਕ ਹੈ, ਵੇਖੈ ਧੰਦੇ ਲਾਏ। ਕਿਸੇ ਥੋੜਾ ਕਿਸੇ ਅਗਲਾ, ਖਾਲੀ ਕੋਈ ਨਾਹੀਂ। ਪੰਨਾ 1238। ਫਰੀਦਾ ਖਾਲਕ ਖਲਕ ਮੈਂ, ਖਲਕ ਵਸੇ ਰੱਬ ਮਾਹੇ। ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾਹੀਂ। ਪੰਨਾ 1381। ਵਾਰੀ ਖਸਮ ਕਢਾਏ ਕਿਰਤ ਕਮਾਵਣਾ। ਮੰਦਾ ਕਿਸੇ ਨਾ ਆਖ ਝਗੜਾ ਪਾਵਣਾ। ਨੈ ਪਾਏ ਝਗੜਾ ਸੁਵਮ ਸੇਤੀ, ਆਪ ਵੰਝਾਵਣਾ। ਜਿਸ ਨਾਲ ਸੰਗਤ ਕਰ ਸਰੀਕੀ, ਜਾਏ ਕਿਆ ਰੁਆਵਣਾ। ਜੋ ਦੇਹ ਸਹਿਣਾ ਮਨੇ ਕਹਿਣਾ, ਆਖ ਨਾਹੀ ਵਾਵਣਾ। ਵਾਰੀ ਖਸਮ ਕਢਾਏ ਕਿਰਤ ਕਮਾਵਣਾ। ਪੰਨਾ 566। ਅਰਥ, ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਖਸਮ ਪ੍ਰਭੂ ਹਰੇਕ ਜੀਵ ਨੂੰ ਮਨੁੱਖਾ ਜਨਮ ਦੀ ਵਾਰੀ ਦਿੰਦਾ ਹੈ। ਪਿਛਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਬਣਾਉਂਦਾ ਹੈ। ਇਸ ਵਾਸਤੇ ਕਿਸੇ ਮਨੁੱਖ ਨੂੰ ਭੈੜਾ ਆਖ ਕੇ ਕੋਈ ਝਗੜਾ ਖੜਾ ਨਹੀਂ ਕਰਨਾ ਚਾਹੀਦਾ। ਮਨੁੱਖ ਪ੍ਰਭੂ ਦੇ ਬਣਾਏ ਨਿਜਮ ਰੂਪ ਹੁਕਮ ਵਿੱਚ ਹੀ ਭੈੜਾ ਬਣਿਆ ਹੈ। ਭੈੜੇ ਨੂੰ ਨਿੰਦਿਆਂ ਸਿਰਜਣਹਾਰ ਨਾਲ ਝਗੜਾ ਹੈ। ਸੋ ਹੇ ਭਾਈ, ਮਾਲਕ ਪ੍ਰਭੂ ਨਾਲ ਝਗੜਾ ਨਹੀਂ ਪਾਉਣਾ ਚਾਹੀਦਾ। ਇਸ ਤਰ੍ਹਾਂ ਆਪਣੇ ਆਪ ਨੂੰ ਹੀ ਵੰਝਾਵਣਾ ਤਬਾਹ ਕਰ ਲਈਦਾ ਹੈ। ਜਿਸ ਮਾਲਕ ਦੇ ਆਸਰੇ ਜਿਉਣਾ ਹੈ, ਉਸੇ ਨਾਲ ਹੀ ਬਰਾਬਰੀ ਕਰਕੇ ਜੇ ਦੁੱਖ ਪ੍ਰਾਪਤ ਹੋਇਆ ਹੈ
ਤਾਂ ਫਿਰ ਉਸੇ ਪਾਸ ਜਾ ਕੇ ਪੁਕਾਰ ਕਰਨ ਦਾ ਕੋਈ ਲਾਭ ਨਹੀਂ ਹੋ ਸਕਦਾ। ਪਰਮਾਤਮਾ ਜੋ ਸੁੱਖ ਦੁੱਖ ਦਿੰਦਾ ਹੈ ਉਹ ਖਿੜੇ ਮੱਥੇ ਸਹਾਰਨਾ ਚਾਹੀਦਾ, ਗਿਲਾ ਗੁਜ਼ਾਰੀ ਨਹੀਂ ਕਰਨੀ ਚਾਹੀਦੀ। ਗਿਲਾ ਗੁਜ਼ਾਰੀ ਕਰਕੇ ਵਿਅਰਥ ਬੋਲ ਬੁਲਾਰਾ ਨਹੀਂ ਕਰਨਾ ਚਾਹੀਦਾ। ਅਸਲ ਗੱਲ ਇਹ ਹੈ ਕਿ ਸਾਡੇ ਕੀਤੇ ਕਰਮਾਂ ਅਨੁਸਾਰ ਖਸਮ ਪ੍ਰਭੂ ਸਾਨੂੰ ਮਨੁੱਖ ਜਨਮ ਦੀ ਵਾਰੀ ਦਿੰਦਾ ਹੈ। ਜੇ ਮੰਦਾ ਕਹਿਣਾ ਹੀ ਹੈ ਤਾਂ ਆਪਣੇ ਆਪ ਦੇ ਅੰਦਰਲੀਆਂ ਬੁਰਾਈਆਂ ਵੱਲ ਧਿਆਨ ਮਾਰ ਕੇ ਆਪਣੇ ਆਪ ਨੂੰ ਮੰਦਾ ਕਹਿਣ ਦੀ ਵੱਡੀ ਲੋੜ ਹੈ। ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ, ਪੰਨਾ 991। ਕਾਰਨ ਕਰਨ ਤੂੰ ਹਾਂ, ਅਵਰ ਨ ਸੂਝੇ ਮੂੰਹ ਹਾਂ, ਕਰੈ ਸੋ ਹੋਈ ਹੈ, ਸਹਿਜ ਸੁਖ ਸੋਈਏ ਹਾਂ, ਧੀਰਜ ਮਨ ਭਏ ਹਾਂ, ਪ੍ਰਭ ਕੇ ਦਰ ਪਏ ਮੇਰੇ ਮਨਾ ਰਹਾਓ। ਸਾਧੂ ਸੰਗਮੇ ਹਾਂ, ਪੂਰਨ ਸੰਜਮੇ ਹਾਂ, ਜਬ ਤੇ ਛੁੱਟੇ ਆਪ ਹਾਂ, ਤਬ ਤੇ ਮਿਟੇ ਤਾਪ ਹਾਂ, ਕਿਰਪਾ ਧਾਰੀਆਂ ਹਾਂ, ਪਤ ਰਖ ਬਨਵਾਰੀਆ ਮੇਰੇ ਮਨਾ। ਇਹ ਸੁਖ ਜਾਨੀਏ ਹਾਂ, ਹਰ ਕਰੇ ਸੋ ਮਾਨੀਏ ਹਾਂ, ਮੰਦਾ ਨਾਹੇ ਕੋਏ ਹਾਂ, ਸੰਤ ਕੀ ਰੇਨ ਹੋਏ ਹਾਂ, ਆਪੇ ਜਿਸ ਰੱਖੇ ਹਾਂ, ਹਰ ਅੰਮ੍ਰਿਤ ਸੋ ਚਖੈ ਮੇਰੇ ਮਨਾ। ਜਿਸ ਕਾ ਨਾਹੇ ਕੋਏ ਹਾਂ, ਤਿਸ ਕਾ ਪ੍ਰਭੂ ਸੋਏ ਹਾਂ, ਅੰਤਰਗਤ ਬੁਝੇ ਹਾਂ, ਸਭ ਕਿਛ ਸੁਝੇ ਹਾਂ, ਪਤਤ ਉਧਾਰ ਲੇ ਹਾਂ, ਨਾਨਕ ਅਰਦਾਸ ਇਹੋ ਮੇਰੇ ਮਨਾ। ਪੰਨਾ 410। ਭਾਗ ਪੰਜਵਾਂ। ਮਿੱਠਾ ਬੋਲਣਾ। ਮਨੁੱਖ ਨੂੰ ਮਿੱਠੇ ਬਚਨ ਬੋਲਣ ਵਾਲਾ ਬਣਾਉਣ ਲਈ ਸਤਿਗੁਰਾਂ ਨੇ ਪ੍ਰਮਾਤਮਾ ਨੂੰ ਅਜਿਹਾ ਮਿੱਠ ਬੋਲੜਾ ਹੋਣਾ ਦੱਸਿਆ ਜੋ ਕਦੇ ਕੌੜਾ ਬੋਲਣਾ ਜਾਣਦਾ ਹੀ ਨਹੀਂ ਹੈ। ਕਿੱਡਾ ਵੀ ਪਾਪੀ ਮਨੁੱਖ ਜਦ ਸੱਚੇ ਦਿਲੋਂ ਉਸ ਦੀ ਸ਼ਰਨ ਵਿੱਚ ਆ ਜਾਂਦਾ ਹੈ ਤਾਂ ਮਿੱਠ ਬੋਲੜਾ ਪ੍ਰਭੂ ਉਸ ਦੇ ਪਿਛਲੇ ਔਗਣ ਨਹੀਂ ਚਿਤਾਰਦਾ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋਂ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ, ਔਗਣ ਕੋ ਨਾ ਚਿਤਾਰੇ, ਪਤਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੈ ਕਾਲੇ। ਘਟ ਘਟ ਬਾਸੀ ਸਰਬ ਨਿਵਾਸੀ, ਨੇਰੈ ਹੀ ਤੇ ਨੀਰਾ, ਨਾਨਕ ਦਾਸ ਸਦਾ ਸ਼ਰਨਾਗਤ, ਹਰ ਅੰਮ੍ਰਿਤ ਸੱਜਣ ਮੇਰਾ। ਪੰਨਾ 784। ਜਿਹੜਾ ਵੀ ਮਨੁੱਖ ਹੰਕਾਰ ਵਾਲੀ ਆਪਣੀ ਮੱਤ ਤਿਆਗ ਕੇ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਅਨੁਸਾਰ ਆਪਣੀ ਜ਼ਿੰਦਗੀ ਢਾਲ ਲੈਂਦਾ ਹੈ ਤਾਂ ਮਿੱਠੇ ਪ੍ਰਭੂ ਨਾਲ ਉਸ ਦਾ ਮੇਲ ਇਸ ਤਰ੍ਹਾਂ ਹੋ ਜਾਂਦਾ ਹੈ ਜਿਵੇਂ ਗੁਰੂ ਨੇ ਉਸ ਦੀ ਬਾਂਹ ਫੜ ਕੇ ਆਪ ਕਰਾਇਆ ਹੋਵੇ। ਮੇਰੇ ਮਨ ਮਿਸ਼ਟ ਲੱਗੇ ਪ੍ਰਭ ਬੋਲਾ, ਗੁਰ ਬਾਹਾਂ ਪਕੜ ਪ੍ਰਭ ਸੇਵਾ ਲਾਏ, ਸਦ ਦਿਆਲ ਹਰ ਢੋਲਾ ਰਹਾਓ। ਪੰਨਾ 1211। ਗੁਰੂ ਦੀ ਦੱਸੀ ਨਾਮ ਸਿਮਰਨ ਵਾਲੀ ਕਾਰ ਤੋਂ ਖੁੰਝਿਆ ਹੋਇਆ ਮਨੁੱਖ ਫਿੱਕੇ ਬਚਨ ਬੋਲਦਾ ਹੈ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਆਏ। ਪੰਨਾ 552। ਪ੍ਰਭੂ ਪਤੀ ਨੂੰ ਜੀਵ ਇਸਤਰੀ ਕਿਵੇਂ ਪਾ ਸਕਦੀ ਹੈ, ਇਹ ਭੇਦ ਫਰੀਦ ਜੀ ਸਮਝਾਉਂਦੇ ਹਨ। ਨਿਵਣ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ, ਇਹ ਤ੍ਰੇ ਭੈਣ ਵੇਸ ਕਰ, ਤਾਂ ਵਸ ਆਵੀ ਕੰਤ। ਪੰਨਾ 1384। ਅਰਥ ਹੈ ਭੈਣੇ, ਹੇ ਜੀਵ ਇਸਤਰੀ ਭੈਣੇ, ਨਿਉਣਾ ਨਿਮਰਤਾ ਅੱਖਰ ਹੈ, ਸਹਾਰਨਾ ਗੁਣ ਹੈ, ਹਰ ਸਥਿਤੀ ਵਿੱਚ ਅਤੇ ਹਰ ਇੱਕ ਨਾਲ ਮਿੱਠਾ ਬੋਲਣਾ ਸ਼੍ਰੋਮਣੀ ਮੰਤਰ ਹੈ। ਜੇ ਇਹ ਤਿੰਨ ਵੇਸ ਕਰ ਲਵੇਂ ਤਾਂ ਤੇਰਾ ਖਸਮ ਤੇਰੇ ਵਿੱਚ ਆ ਵਸੇਗਾ। ਮਿੱਠ ਬੋਲੇ ਨਿਵ ਚੱਲੇ, ਸੇਜੇ ਰਵੈ ਪਤਾਰ, ਸ਼ੋਭਾਵੰਤੀ ਸੁਹਾਗਣੀ, ਜਿਨ ਗੁਰ ਕਾ ਹੇਤ ਅਪਾਰ। ਪੰਨਾ 31। ਅਰਥ ਸਦਾ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸੁਹਾਗਣਾ ਵਾਂਗ ਹਨ। ਉਹ ਪ੍ਰਭੂ ਪਤੀ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ। ਉਹ ਸਭਨਾਂ ਨਾਲ ਮਿੱਠਾ ਬੋਲਦੇ ਹਨ, ਨਿਉਕੇ ਤੁਰਦੇ ਹਨ, ਗਰੀਬੀ ਸੁਭਾਅ ਵਾਲੇ ਹੁੰਦੇ ਹਨ। ਉਹਨਾਂ ਦੇ ਹਿਰਦੇ ਸੇਜ ਨੂੰ ਪ੍ਰਭੂ ਮਾਣਦਾ ਹੈ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦਾ ਅਟੁੱਟ ਪਿਆਰ ਆਪਣੇ ਹਿਰਦੇ ਵਿੱਚ ਵਸਾਇਆ ਹੈ, ਉਹਨਾਂ ਸੁਹਾਗਣਾ ਵਾਂਗ ਹਨ ਜਿਨ੍ਹਾਂ ਸ਼ੋਭਾ ਖੱਟੀ ਹੈ। ਮਨੁੱਖਤਾ ਦਾ ਕਲਿਆਣ ਕਰਨ ਆਏ ਸਤਿਗੁਰੂ ਜੀ ਦੇ ਹਿਰਦੇ ਅੰਦਰ ਉਹਨਾਂ ਮਨਮੁੱਖਾਂ ਵਾਸਤੇ ਵੀ ਤਰਸ ਸੀ ਜਿਹੜੇ ਗੁਰਦੇਵ ਜੀ ਦੇ ਬਚਨ ਨਹੀਂ ਸੁਣਦੇ ਅਥਵਾ ਸੁਣ ਕੇ ਪੱਲੇ ਨਹੀਂ ਬੰਨ੍ਹਦੇ। ਬਿਰਖੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਦੋਤ ਭਇਆ ਉੱਠ ਚੱਲੇ, ਜਿਉਂ-ਜਿਉਂ ਔਧ ਵਿਹਾਣੀਆਂ। ਪੰਨਾ 1019। ਅਰਥ ਜਿਵੇਂ ਸੂਰਜ ਡੁੱਬਣ ਵੇਲੇ ਅਨੇਕਾਂ ਪੰਛੀ ਕਿਸੇ ਰੁੱਖ ਉੱਤੇ ਆ ਬੈਠਦੇ ਹਨ, ਇਸੇ ਤਰ੍ਹਾਂ ਇਸ ਆਕਾਸ਼ ਰੁੱਖ ਹੇਠ ਸਾਰੇ ਜੀਵ ਜੰਤ ਆ ਇਕੱਠੇ ਹੁੰਦੇ ਹਨ। ਕਈ ਖਰਵੇ ਬੋਲ ਬੋਲਦੇ ਹਨ ਅਤੇ ਕਈ ਮਿੱਠੇ ਬੋਲ ਬੋਲਦੇ ਹਨ। ਡੁੱਬਾ ਹੋਇਆ ਸੂਰਜ ਜਦੋਂ ਆਕਾਸ਼ ਵਿੱਚ ਮੁੜ ਚੜ੍ਹ ਪੈਂਦਾ ਹੈ ਤਾਂ ਪੰਛੀ ਰੁੱਖ ਉੱਤੋਂ ਉੱਡ ਜਾਂਦੇ ਹਨ
ਤਿਵੇਂ ਹੀ ਜਿਉਂ-ਜਿਉਂ ਜੀਵਾਂ ਦੀ ਉਮਰ ਮੁੱਕ ਜਾਂਦੀ ਹੈ, ਪੰਛੀ ਵਾਂਗ ਹੀ ਇੱਥੋਂ ਕੂਚ ਕਰ ਜਾਂਦੇ ਹਨ। ਕਾਲ ਮਾਰ ਮਨਸਾ ਮਨੇ ਸਮਾਣੀ, ਅੰਤਰ ਨਿਰਮਲ ਨਾਉ, ਆਂਦਿਨ ਜਾਗੇ ਕਦੇ ਨਾ ਸੋਵੈ, ਸਹਿਜੇ ਅੰਮ੍ਰਿਤ ਪਿਆਓ। ਮੀਠਾ ਬੋਲੇ ਅੰਮ੍ਰਿਤ ਬਾਣੀ, ਆਨ ਦਿਨ ਹਰ ਗੁਣ ਗਾਓ, ਨਿਜ ਘਰ ਵਾਸਾ ਸਦਾ ਸੁਹੰਦੇ, ਨਾਨਕ ਤਿਨ ਮਿਲਿਆ ਸੁਖ ਪਾਓ। ਪੰਨਾ 853। ਅਰਥ, ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਪਵਿੱਤਰ ਨਾਮ ਵਸਦਾ ਹੈ, ਉਹ ਆਤਮਿਕ ਮੌਤ ਨੂੰ ਮੁਕਾ ਕੇ ਮਨ ਦੇ ਮਾਇਕ ਫੁਰਨੇ ਨੂੰ ਮਨ ਵਿੱਚ ਦੱਬ ਦਿੰਦਾ ਹੈ। ਉਹ ਮਨੁੱਖ ਮਾਇਆ ਦੇ ਹੱਲਿਆਂ ਵੱਲੋਂ ਹਰ ਵੇਲੇ ਸੁਚੇਤ ਰਹਿੰਦਾ ਹੈ। ਕਦੇ ਉਹ ਗਫਲਤ ਦੀ ਨੀਂਦ ਵਿੱਚ ਨਹੀਂ ਸੌਂਦਾ। ਆਤਮਿਕ ਅਡੋਲਤਾ ਵਿੱਚ ਟਿਕ ਕੇ ਪਰਮਾਤਮਾ ਦਾ ਨਾਮ ਅੰਮ੍ਰਿਤ ਉਸ ਦੀ ਖੁਰਾਕ ਹੁੰਦਾ ਹੈ। ਉਹ ਮਨੁੱਖ ਸਦਾ ਮਿੱਠਾ ਬੋਲਦਾ ਹੈ। ਸਤਿਗੁਰ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦਾ ਹੈ। ਇਹੋ ਜਿਹੇ ਮਨੁੱਖ ਪਰਮਾਤਮਾ ਦੇ ਚਰਨਾਂ ਵਿੱਚ ਟਿਕੇ ਰਹਿੰਦੇ ਹਨ। ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ। ਗੁਰਦੇਵ ਜੀ ਫਰਮਾਨ ਕਰਦੇ ਹਨ, ਇਹੋ ਜਿਹੇ ਮਨੁੱਖਾਂ ਨੂੰ ਮਿਲ ਕੇ ਮੈਂ ਵੀ ਆਨੰਦ ਮਾਣਦਾ ਹਾਂ। ਫੋਕਟ ਕਰਮਕਾਂਡੀ ਬ੍ਰਾਹਮਣ ਦੇ ਮਿੱਠੇ ਬੋਲ ਵੀ ਪ੍ਰਭੂ ਨੂੰ ਚੰਗੇ ਨਹੀਂ ਲੱਗੇ। ਪੂਜਾ ਵਰਤ ਤਿਲਕ ਇਸ਼ਨਾਨਾ, ਪੁੰਨ ਦਾਨ ਬਹੁਦੈਨ, ਕਾਹੂ ਨਾ ਭੀਜੈ ਸੰਜਮ ਸੁਆਮੀ, ਬੋਲੇ ਮੀਠੇ ਬੈਨ। ਪੰਨਾ 674। ਅਰਥ, ਬ੍ਰਾਹਮਣ ਲੋਕ ਦੇਵ ਪੂਜਾ ਕਰਦੇ ਹਨ, ਵਰਤ ਰੱਖਦੇ ਹਨ, ਮੱਥੇ ਤੇ ਤਿਲਕ ਲਾਉਂਦੇ ਹਨ, ਤੀਰਥਾਂ ਤੇ ਇਸ਼ਨਾਨ ਕਰਦੇ ਹਨ, ਬੜੇ ਦਾਨ ਪੁੰਨ ਕਰਦੇ ਹਨ, ਮਿੱਠੇ ਬੋਲ ਬੋਲਦੇ ਹਨ, ਪਰ ਅਜਿਹੀ ਕਿਸੇ ਵੀ ਜੁਗਤ ਨਾਲ ਮਾਲਕ ਪ੍ਰਭੂ ਖੁਸ਼ ਨਹੀਂ ਹੁੰਦਾ। ਭਾਗ 6ਵਾਂ, ਬਚਨਾਂ ਦਾ ਪੱਕਾ ਹੋਣਾ। ਬਚਨ ਕਰਕੇ ਮੁੱਕਰ ਜਾਣ ਵਾਲਾ ਮਨੁੱਖ ਬੜੇ ਦਿਲਾਂ ਨੂੰ ਪਰੇਸ਼ਾਨ ਅਥਵਾ ਦੁਖੀ ਕਰਨ ਦਾ ਪਾਪ ਕਰਦਾ ਹੈ। ਅਜਿਹੇ ਬੇਜ਼ੁਬਾਨੇ ਮਨੁੱਖ ਬਾਰੇ ਸਤਿਗੁਰਾਂ ਦਾ ਫਰਮਾਨ ਹੈ, ਨਿਰਭਉ ਨਾਮ ਵਿਸਾਰਿਆ, ਨਾਲ ਮਾਇਆ ਰਚਾ, ਆਵੇ ਜਾਏ ਭਵਾਈਐ, ਬਹੁ ਜੋਨੀ ਨੱਚਾ, ਬਚਨ ਕਰੈ ਤੈ ਖਿਸਕ ਜਾਏ, ਬੋਲੇ ਸਭ ਕੱਚਾ, ਅੰਦਰੋਂ ਥੋਥਾ ਕੁੜਿਆਰ, ਕੂੜੀ ਸਭ ਖੱਚਾ, ਵੈਰ ਕਰੇ ਨਿਰਵੈਰ ਨਾਲ, ਝੂਠੇ ਲਾਲਚਾ, ਮਾਰਿਆ ਸੱਚੇ ਪਾਤਸ਼ਾਹ, ਵੇਖ ਧੁਰ ਕਰਮ ਚਾ, ਜਮਦੂਤੀ ਹੈ ਹੀਰਿਆ, ਦੁੱਖ ਹੀ ਮੈਂ ਪਚਾ, ਹੁਆ ਤਪਾਵਸ ਧਰਮ ਕਾ, ਨਾਨਕ ਦਰ ਸੱਚਾ। ਪੰਨਾ 1099। ਅਰਥ, ਜਿਸ ਮਨੁੱਖ ਨੇ ਨਿਰਭਉ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ ਤੇ ਜੋ ਮਾਇਆ ਵਿੱਚ ਹੀ ਮਸਤ ਰਹਿੰਦਾ ਹੈ, ਉਹ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਅਨੇਕਾਂ ਜੂਨਾਂ ਵਿੱਚ ਭਟਕਦਾ ਹੈ। ਮਾਇਆ ਵਿੱਚ ਖਚਿਤ ਮਨੁੱਖ ਜੇ ਕੋਈ ਬਚਨ ਕਰਦਾ ਹੈ ਤਾਂ ਉਸ ਤੋਂ ਫਿਰ ਜਾਂਦਾ ਹੈ, ਸਦਾ ਝੂਠੀ ਗੱਲ ਕਰਦਾ ਹੈ। ਉਹ ਝੂਠਾ ਆਪਣੇ ਮਨ ਵਿੱਚੋਂ ਖਾਲੀ ਹੁੰਦਾ ਹੈ। ਉਸ ਦੀ ਨੀਂਦ ਪਹਿਲਾਂ ਹੀ ਮਾੜੀ ਹੁੰਦੀ ਹੈ, ਇਸ ਵਾਸਤੇ ਉਸ ਦੀ ਹਰੇਕ ਗੱਲ ਝੂਠੀ ਹੁੰਦੀ ਹੈ, ਗੱਪ ਹੁੰਦੀ ਹੈ। ਅਜਿਹਾ ਬੰਦਾ ਝੂਠੇ ਲਾਲਚ ਵਿੱਚ ਫਸ ਕੇ ਨਿਰਵੈਰ ਬੰਦੇ ਨਾਲ ਵੀ ਵੈਰ ਕਮਾ ਲੈਂਦਾ ਹੈ। ਮੁੱਢ ਤੋਂ ਹੀ ਉਸ ਦੇ ਲਾਲਚੀ ਕੰਮਾਂ ਦੇ ਕਾਰਨ ਉਹ ਪ੍ਰਭੂ ਵੱਲੋਂ ਮੁਰਦਾ ਹੋ ਚੁੱਕਾ ਹੁੰਦਾ ਹੈ। ਜਿਸ ਦੀ ਜ਼ਮੀਰ ਮਰ ਚੁੱਕੀ ਹੁੰਦੀ ਹੈ, ਅਜਿਹਾ ਮਨੁੱਖ ਆਤਮਿਕ ਮੌਤੇ ਮਰਿਆ ਸਦਾ ਦੁਖੀ ਹੁੰਦਾ ਹੈ। ਗੁਰਦੇਵ ਜੀ ਦਾ ਫਰਮਾਨ ਹੈ ਕਿ ਪ੍ਰਭੂ ਦੇ ਦਰ 'ਤੇ ਧਰਮ ਦਾ ਨਿਆਂ ਹੀ ਹੁੰਦਾ ਹੈ। ਬੇਜ਼ੁਬਾਨੇ ਬੰਦੇ ਵਿੱਚ ਉੱਪਰ ਵਰਣਨ ਸਾਰੇ ਐਬ ਹੁੰਦੇ ਹਨ। ਜਿਸ ਦੇ ਮੂੰਹ ਵਿੱਚ ਹੋਰ ਹੈ ਤੇ ਢਿੱਡ ਵਿੱਚ ਕੁਝ ਹੋਰ ਹੁੰਦਾ ਹੈ। ਅਜਿਹਾ ਮਨੁੱਖ ਭਾਵੇਂ ਅੰਮ੍ਰਿਤਧਾਰੀ ਅਤੇ ਬਾਣੇ ਦਾ ਪੱਕਾ ਰਹਿਤੀ ਵੀ ਹੈ, ਉਸ ਦੀ ਪਰਮਾਤਮਾ ਨਾਲ ਕਦੇ ਸੱਚੀ ਪ੍ਰੀਤ ਨਹੀਂ ਬਣ ਸਕਦੀ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਢੇ ਕੱਚਿਆ। ਪੰਨਾ 488। ਅੰਤਰ ਕਪਟ ਮਨਮੁਖ ਅਗਿਆਨੀ, ਰਸਨਾ ਝੂਠ ਬੋਲਾਏ, ਕਪਟ ਕੀਤੇ ਹਰ ਪੁਰਖ ਨਾ ਭੀਜੈ, ਨਿਤ ਵੇਖੈ ਸੁਣੇ ਸੋ ਭਾਏ। ਪੰਨਾ 512। ਦਿਲ ਦੇ ਕਪਟੀ ਮਨੁੱਖ ਤੇ ਗੁਰੂ ਪਰਮੇਸ਼ਰ ਕਦੇ ਪ੍ਰਸੰਨ ਨਹੀਂ ਹੋ ਸਕਦੇ। ਅਜਿਹਾ ਦੁਬਾਜਰਾ ਮਨੁੱਖ ਸਤਿਗੁਰਾਂ ਦੀ ਕਿਰਪਾ ਦਾ ਪਾਤਰ ਕਦੇ ਨਹੀਂ ਬਣ ਸਕਦਾ। ਢਿੱਡ ਵਿੱਚ ਹੋਰ ਤੇ ਮੂੰਹੋਂ ਹੋਰ ਕਹਿਣ ਵਾਲੇ ਨੂੰ ਅਥਵਾ ਬਚਨ ਕਰਕੇ ਮੁੱਕਰ ਜਾਣ ਵਾਲੇ ਮਨੁੱਖ ਨੂੰ ਗੁਰੂ ਸਾਹਿਬ ਆਪਣਾ ਸਿੱਖ ਸਮਝਣਾ ਤਾਂ ਦੂਰ ਦੀ ਗੱਲ ਹੈ, ਸਗੋਂ ਉਸ ਮਨੁੱਖ ਨੂੰ ਮਨੁੱਖ ਹੀ ਨਹੀਂ ਸਮਝਦੇ। ਭਾਵ ਮਰਦ ਕੇਵਲ ਉਹੀ ਹੈ ਜੋ ਬਚਨਾਂ ਦਾ ਪੱਕਾ ਹੈ। ਢਿੱਡ ਵਿੱਚ ਹੋਰ ਤੇ ਮੂੰਹ ਹੋਰ ਹੋਣਾ ਮਨੁੱਖਤਾ ਦੇ ਨਾਮ ਤੇ ਕਲੰਕ ਹੈ। ਜਿਹੜਾ ਕੌਲ ਇਕਰਾਰ ਕਰ ਹਾਰ ਜਾਏ, ਲੈਣਾ ਦੁਸ਼ਟ ਮਰਦੂਦ ਦਾ ਨਾਂ ਕਾਹਨੂੰ, ਇੱਜ਼ਤ ਵੇਚ ਕੇ ਫਿਰੇ ਬੇਇੱਜ਼ਤ ਹੋਇਆ, ਮਰੇ ਕਰੇ ਖਾਲੀ ਰੋਕੀ ਥਾਂ ਕਾਹਨੂੰ, ਭਲਾ ਦੇਸ਼ ਤੇ ਕੌਮ ਦਾ ਸੋਚਿਆ ਨਾ, ਬਿਰਥਾ ਭਾਰ ਚਾਇਆ ਜਣਿਆ ਮਾਂ ਕਾਹਨੂੰ, ਬੇਸ਼ੱਕ ਸੀਸ ਜਾਏ ਬਚਨ ਹਾਰੀਏ ਨਾ, ਜੇਕਰ ਪਾਲਣਾ ਨਹੀਂ ਕਰਨੀ ਹਾਂ ਕਾਹਨੂੰ।
ਉਪਰੋਕਤ ਪੰਜਾਬੀ ਦੇ ਕਵਿਤਾ ਬੰਦ ਵਾਂਗ ਹੀ ਕਿਸੇ ਉਰਦੂ ਦੇ ਸ਼ਾਇਰ ਨੇ ਨਿਆਰੀ ਰਹਿਣ ਵਾਲੇ ਗੁਰਸਿੱਖ ਦੀ ਜ਼ੁਬਾਨ ਬਾਰੇ ਆਪਣੀਆਂ ਭਾਵਨਾਵਾਂ ਇਉਂ ਪ੍ਰਗਟ ਕੀਤੀਆਂ ਹਨ। ਗਿਰੇ ਜੋ ਆਸਮਾਂ ਨੀਚੇ ਜ਼ਮੀਨ ਉਲਟੀ ਪਲਟ ਜਾਏ, ਕਮਰ ਆਪਣੀ ਜਗ੍ਹਾ ਛੋੜੇ ਜਾਂ खुर्शीद भी हट जाए, समुंदर हस्ती लेकर खुद कुजा में सिमट जाए, फलक पे फौजे अंजमन खुद भिड़ के आपस में कट जाए, मलक बदले मुल्क बदले ज़मीनों आसमां बदले, मगर मुमकिन नहीं किसी सिख की जुबां बदले। आओ अपने अंदर झाती मारीए, अपने आप नूं सिख समझण वाले असीं किन्ने को हाँ जिहड़े सदा सच्ची गल करदे हैं ਅਤੇ ਆਪਣੇ ਬਚਨ ਤੋਂ ਪਿੱਛੇ ਕਦੇ ਨਹੀਂ ਹਟਦੇ। ਕਿ ਸਾਨੂੰ ਕਦੇ ਇਹ ਖਿਆਲ ਵੀ ਆਇਆ ਹੈ ਕਿ ਸਾਡੀਆਂ ਕਰਤੂਤਾਂ ਦੇ ਨਾਲ ਸਾਡੇ ਚੰਗੇ ਮਾੜੇ ਵਿਚਾਰਾਂ ਨੂੰ ਨਾਲੋਂ ਨਾਲ ਪੜ੍ਹ ਕੇ ਫੈਸਲਾ ਕਰੀ ਜਾਣ ਵਾਲਾ ਸੱਚਾ ਨਿਆਂਕਾਰੀ ਸਾਡੇ ਅੰਦਰ ਹੀ ਕਚਹਿਰੀ ਲਾਈ ਬੈਠਾ ਹੈ। ਅੰਦਰ ਰਾਜਾ ਤਖਤ ਹੈ, ਆਪੇ ਕਰੇ ਨਿਆਂ, ਪੰਨਾ 1092। ਅਤੇ ਇਸ ਨਿਆਂਕਾਰ ਦੀ ਕਚਹਿਰੀ ਵਿੱਚੋਂ ਅਸੀਂ ਕਿਸੇ ਤਰ੍ਹਾਂ ਵੀ ਦੌੜ ਭੱਜ ਕੇ ਨਿਕਲ ਨਹੀਂ ਸਕਦੇ। ਫਿਰ ਕੇਸਾਧਾਰੀ ਗੁਰਸਿੱਖ ਦੀ ਹਰ ਚੰਗੀ ਮਾੜੀ ਕਰਤੂਤ ਦਾ ਅਸਰ ਸਮੁੱਚੇ ਪੰਥ ਦੀ ਨੇਕਨਾਮੀ ਅਥਵਾ ਬਦਨਾਮੀ ਦਾ ਕਾਰਨ ਬਣਦੀ ਹੈ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਆਪਣੇ ਸਤਿਗੁਰਾਂ ਨੂੰ ਆਪਣੇ ਅੰਗ ਸੰਗ ਸਮਝਣ ਦੀ ਗੱਲ ਵੀ ਬੜੇ ਮਾਣ ਨਾਲ ਕਰਦੇ ਹਾਂ। ਫਿਰ ਨਿਕਟ ਬੁਝੈ ਸੋ ਬੁਰਾ ਕਿਉਂ ਕਰੇ, ਪੰਨਾ 1139। ਜੇ ਅਸੀਂ ਹਿਰਦੇ ਤੋਂ ਸਤਿਗੁਰਾਂ ਨੂੰ ਆਪਣੇ ਅੰਗ ਸੰਗ ਸਮਝਦੇ ਹੋਈਏ ਤਾਂ ਮੰਦਾ ਕਰਨ ਦੀ ਗੱਲ ਤਾਂ ਦੂਰ ਰਹੀ, ਅਸੀਂ ਆਪਣੇ ਮਨ ਵਿੱਚ ਕਦੇ ਕੋਈ ਮੰਦਾ ਵਿਚਾਰ ਵੀ ਨਾ ਆਉਣ ਦਈਏ। ਸਪਸ਼ਟ ਹੈ ਕਿ ਸਾਡੀ ਕਥਨੀ ਅਤੇ ਕਰਨੀ ਇੱਕ ਨਹੀਂ ਹੈ। ਫਿਰ ਇਹ ਵੀ ਸੱਚ ਸਮਝ ਲੈਣਾ ਚਾਹੀਦਾ ਹੈ ਕਿ ਸਤਿਗੁਰਾਂ ਦਾ ਉਪਰੋਕਤ 44 ਨੰਬਰ 'ਤੇ ਆਇਆ ਪਾਵਨ ਬਚਨ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਸਾਡੇ ਲਈ ਹੀ ਹੈ। ਜਦ ਅਸੀਂ ਵਾਸਤਵ ਵਿੱਚ ਹਾਂ ਹੀ ਕੱਚੇ ਝੂਠੇ, ਫਿਰ ਸਤਿਗੁਰਾਂ ਦੇ ਸੱਚੇ ਸਿੱਖ ਅਸੀਂ ਕਿਵੇਂ ਅਖਵਾ ਸਕਦੇ ਹਾਂ। ਸਿੱਖ ਸਮਝਣ ਦੀ ਗੱਲ ਕਿਤੇ ਰਹਿ ਗਈ। ਦਸ਼ਮੇਸ਼ ਜੀ ਤਾਂ ਅਜਿਹੇ ਮਨੁੱਖ ਨੂੰ ਬੰਦਾ ਹੀ ਨਹੀਂ ਮੰਨਦੇ ਜਿਸ ਦੇ ਮੂੰਹ ਵਿੱਚ ਹੋਰ ਤੇ ਢਿੱਡ ਵਿੱਚ ਕੁਝ ਹੋਰ ਹੋਏ। ਮੂੰਹ ਬਰਦ ਬਾਸ਼ਤ ਸਵਦ ਸੁਖਨਵਰ, ਨਾ ਸ਼ਿਕਮੇ ਦਿਗਰ ਦਰਦ ਹਾਨੀ ਦਿਗਰ। ਜ਼ਫਰਨਾਮਾ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ 6ਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ, ਅਫਗਾਨਾ। ਪਹਿਲੇ ਕਾਂਡ ਦਾ 3 ਤੋਂ 6ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।